हाँ जी, गुरु स्टडी पॉइंट ਤੇ ਤੁਹਾਡਾ ਸਵਾਗਤ ਹੈ ਜੀ। ਸੋ ਦੋਸਤੋ ਲੈ ਕੇ ਆਏ ਜੀਨ ਪਿਆਜੇ ਦੀ ਥਿਉਰੀ ਦੇ ਨਾਲ ਸੰਬੰਧਿਤ ਅੱਜ ਦਾ ਆਪਣਾ ਇਹ ਦੂਸਰਾ ਭਾਗ ਹੈ। ਜੀਨ ਪਿਆਜੇ ਦਾ ਜਿਹੜਾ ਕੋਗਨੀਟਿਵ ਡਿਵੈਲਪਮੈਂਟ ਥਿਉਰੀ ਦਾ ਜਿਹੜਾ ਪਹਿਲਾ ਭਾਗ ਆ ਆਪਾਂ ਤੁਹਾਨੂੰ ਕਰਵਾ ਚੁੱਕੇ ਹਾਂ। ਗਿਆਨਾਤਮਕ ਵਿਕਾਸ ਦਾ ਸਿਧਾਂਤ ਆ ਜਿਹੜਾ ਜੀਨ ਪਿਆਜੇ ਨੇ ਦਿੱਤਾ ਹੋਇਆ। ਸੋ ਇਹਨੂੰ ਜੀਨ ਪਿਆਜੇ ਨੂੰ ਗਿਆਨਾਤਮਕ ਵਿਕਾਸ ਦੇ ਸਿਧਾਂਤ ਦਾ ਜਿਹੜਾ ਫਾਦਰ ਵੀ ਕਿਹਾ ਜਾਂਦਾ, ਪਿਤਾ ਵੀ ਕਿਹਾ ਜਾਂਦਾ, ਕਿਉਂਕਿ ਇਹਨੇ ਸ਼ੁਰੂ ਦੇ ਵਿੱਚ ਇਹ ਵਿਕਾਸ ਦਿੱਤਾ ਸੀ ਸਾਰਿਆਂ ਤੋਂ ਪਹਿਲਾਂ ਦੇ ਵਿੱਚ। ਸੋ ਇਹਦਾ ਆਪਾਂ ਦੂਸਰਾ ਭਾਗ ਅੱਜ ਤੁਹਾਨੂੰ ਕਰਵਾ ਰਹੇ ਹਾਂ। ਵੀਡੀਓ ਨੂੰ ਸ਼ੇਅਰ ਕਰ ਦਿਓ, ਲਾਈਕ ਕਰਿਓ। ਸੋ ਸਟੇਜਸ ਨੇ ਜਿਹੜੀਆਂ ਜੀਨ ਪਿਆਜੇ ਦੀਆਂ, ਸੋ ਉਹ ਕਰਵਾ ਰਹੇ ਹਾਂ ਜੀ ਅੱਜ ਆਪਾਂ ਤੁਹਾਨੂੰ। ਜਿਹੜਾ ਪਹਿਲਾ ਪਾਰਟ ਹੈ ਉਹਦੇ ਵਿੱਚ ਕਾਫੀ ਆਪਾਂ ਜੀਨ ਪਿਆਜੇ ਦੀ ਕੋਗਨੀਟਿਵ ਡਿਵੈਲਪਮੈਂਟ ਥਿਉਰੀ ਦੇ ਨਾਲ ਸੰਬੰਧਿਤ ਕਾਫੀ ਕੁਝ ਕਵਰ ਕਰ ਚੁੱਕੇ ਹਾਂ, ਜਿਹੜਾ ਕਿ ਪ੍ਰਸ਼ਨਾਂ ਦੇ ਨਾਲ ਸੰਬੰਧਿਤ ਹੈ, ਸਿੱਧਾ ਪ੍ਰਸ਼ਨਾਂ ਦੇ ਨਾਲ ਸੰਬੰਧਿਤ ਹੈ। ਅੱਜ ਦਾ ਭਾਗ ਵੀ ਇਸੇ ਤਰ੍ਹਾਂ ਹੀ ਹੋਊਗਾ। ਇਹਦੀਆਂ ਆਪਾਂ ਸਾਰੀਆਂ ਸਟੇਜਾਂ ਕਰਾਂਗੇ। ਸਟੇਜਾਂ ਦੇ ਵਿੱਚੋਂ ਜਿਹੜੀਆਂ ਜੀਨ ਪਿਆਜੇ ਦੀਆਂ ਦੱਸੀਆਂ ਹੋਈਆਂ ਵਿਕਾਸ ਨੂੰ, ਬੱਚੇ ਦੇ ਵਿਕਾਸ ਨੂੰ ਲੈ ਕੇ ਜਿਹੜੀਆਂ ਜੀਨ ਪਿਆਜੇ ਨੇ ਸਟੇਜਾਂ ਦੱਸੀਆਂ ਨੇ, 4 ਸਟੇਜਾਂ, ਉਹਨਾਂ ਦੇ ਵਿੱਚੋਂ ਕਿਵੇਂ ਕਿਵੇਂ ਪ੍ਰਸ਼ਨ ਬਣਦੇ ਨੇ, ਐਗਜ਼ਾਮੀਨਰ ਕਿਹੜੇ ਤਰੀਕੇ ਨਾਲ ਪ੍ਰਸ਼ਨ ਪੁੱਛਦਾ ਹੈ, ਕਿਹੜੀ ਗੱਲ ਕਿਹੜੀ ਸਟੇਜ ਦੇ ਨਾਲ ਸੰਬੰਧਿਤ ਹੁੰਦੀ ਹੈ। ਕਈ ਵਾਰ ਕੋਈ ਗੱਲ ਪੁੱਛ ਕੇ ਉਹ ਪੁੱਛ ਲੈਂਦਾ ਐਗਜ਼ਾਮੀਨਰ ਵੀ ਇਹ ਕਿਹੜੀ ਸਟੇਜ ਨਾਲ ਸੰਬੰਧਿਤ ਹੈ। ਸੋ ਆਪਾਂ ਤੁਹਾਨੂੰ ਉਹਨਾਂ ਸਟੇਜਾਂ ਨਾਲ ਰਿਲੇਟ ਕਰਵਾਵਾਂਗੇ ਅਤੇ ਚੋਣਵੇਂ ਪ੍ਰਸ਼ਨ ਹੀ ਹੋਣਗੇ ਇੱਕ ਤਰ੍ਹਾਂ ਦੇ। ਹਰ ਗੱਲ ਆਪਣੀ ਪ੍ਰਸ਼ਨ ਬਣਦਾ ਹੋਊ, ਹਰ ਗੱਲ ਦੇ ਵਿੱਚੋਂ ਜੁੜੇ ਰਹੋ ਵੀਡੀਓ ਦੇ ਨਾਲ। ਸਟੇਜਸ ਆਫ ਜੀਨ ਪਿਆਜੇ ਕੋਗਨੀਟਿਵ ਡਿਵੈਲਪਮੈਂਟ ਥਿਉਰੀ। ਸੋ ਸ਼ੁਰੂ ਕਰਦੇ ਹਾਂ ਜੀ ਆਪਾਂ ਪਹਿਲੀ ਸਟੇਜ ਤੋਂ। ਸ਼ੇਅਰ ਜ਼ਰੂਰ ਕਰ ਦਿਓ ਵੀਡੀਓ ਨੂੰ। ਸੈਂਸਰੀ ਮੋਟਰ ਸਟੇਜ ਪਹਿਲੀ ਸਟੇਜ ਸੀ ਜਿਹੜੀ, ਉਹਦੀ 4 ਸਟੇਜਾਂ ਦਿੱਤੀਆਂ ਸੀ। ਪਹਿਲਾਂ ਸਟਾਰਟਿੰਗ 'ਚ ਨੋਟ ਕਰਾ ਦਿੰਦੇ ਤੁਹਾਨੂੰ। 4 ਸਟੇਜਾਂ ਦਿੱਤੀਆਂ ਸੀ ਜੀਨ ਪਿਆਜੇ ਨੇ ਜਿਹੜੀਆਂ ਇੰਪੋਰਟੈਂਟ ਨੇ। ਇੱਦਾਂ ਦੇ ਇਸ ਦੇ ਸਿਧਾਂਤ ਨੂੰ ਨਾ ਸਟੇਜੀ ਸਿਧਾਂਤ ਵੀ ਬੋਲਿਆ ਜਾਂਦਾ ਹੈ। ਕਈ ਵਾਰ ਐਗਜ਼ਾਮੀਨਰ ਪੁੱਛ ਲੈਂਦਾ ਵੀ ਸਟੇਜ ਦਾ ਬੱਚੇ ਦੇ ਵਿਕਾਸ ਨਾਲ ਸੰਬੰਧਿਤ ਸਟੇਜੀ ਸਿਧਾਂਤ ਕਿਹਨੇ ਦਿੱਤਾ, ਸਟੇਜ ਸੰਬੰਧੀ ਸਿਧਾਂਤ ਕਿਹਨੇ ਦਿੱਤਾ, ਤਾਂ ਉਹ ਜੀਨ ਪਿਆਜੇ ਨੇ ਦਿੱਤਾ ਜੀ। ਸੋ ਪਹਿਲੀ ਸਟੇਜ ਦਾ ਨਾਂ ਕੀ ਹੈ? ਸੈਂਸਰੀ ਮੋਟਰ ਸਟੇਜ। ਕਿੰਨੇ ਸਮਾਂ, ਕਿੰਨੀ ਉਮਰ ਬੱਚੇ ਦੀ ਮੰਨੀ ਗਈ ਹੈ ਇਸ ਸਟੇਜ ਦੇ ਵਿੱਚ? 0 ਤੋਂ 2 ਸਾਲ। ਸੋ ਜੀਨ ਪਿਆਜੇ ਕਹਿੰਦਾ ਬੱਚਾ ਜਦੋਂ ਜਨਮ ਲੈਂਦਾ, ਜਨਮ ਤੋਂ ਲੈ ਕੇ 2 ਸਾਲ ਦੀ ਉਮਰ ਤੱਕ ਦਾ ਉਹਨੇ ਸੈਂਸਰੀ ਮੋਟਰ ਸਟੇਜ ਦੇ ਨਾਂ ਨਾਲ ਸੰਬੰਧਿਤ ਕਰਕੇ, ਪੰਜਾਬੀ ਦੇ ਵਿੱਚ ਇਹਨੂੰ ਬੋਲਿਆ ਜਾਂਦਾ ਹੈ, ਥੋੜ੍ਹਾ ਜਿਹਾ ਔਖਾ ਜਿਹਾ ਹੁੰਦਾ ਪੰਜਾਬੀ ਦੇ ਵਿੱਚ, ਇਹਨੂੰ ਇੰਗਲਿਸ਼ ਦੇ ਵਿੱਚ ਹੀ ਤੁਸੀਂ ਯਾਦ ਰੱਖਿਓ। ਸਾਈਕੋਲੋਜੀ ਦੇ ਵਿੱਚ ਕੁਝ ਸ਼ਬਦ ਇਹੋ ਜਿਹੇ ਨੇ ਵੀ ਉਹ ਅੰਗਰੇਜ਼ੀ ਤੋਂ ਬਿਨਾਂ, ਇੰਗਲਿਸ਼ ਤੋਂ ਬਿਨਾਂ ਪੰਜਾਬੀ 'ਚ ਹੋਰ ਕਿਸੇ ਲੈਂਗੁਏਜ 'ਚ ਆਉਂਦੇ ਹੀ ਨਹੀਂ, ਇੰਗਲਿਸ਼ 'ਚ ਹੀ ਸਮਝ ਆਉਂਦੇ ਨੇ। ਸੋ ਫਿਰ ਵੀ ਆਪਾਂ ਤੁਹਾਨੂੰ ਦੱਸ ਦਿੰਦੇ ਹਾਂ ਸੰਵੇਦਨਾਤਮਕ ਗਤਿਜ ਅਵਸਥਾ। ਸੋ ਸੰਵੇਦਨਾਤਮਕ ਗਤਿਜ ਅਵਸਥਾ ਇਹਨੂੰ ਪੰਜਾਬੀ 'ਚ ਬੋਲਿਆ ਜਾਂਦਾ। ਸੈਂਸਰੀ ਮੋਟਰ ਸਟੇਜ ਕੀ ਗੱਲਬਾਤ ਹੁੰਦੀ ਹੈ ਸੈਂਸਰੀ ਮੋਟਰ ਸਟੇਜ ਦੇ ਵਿੱਚ? ਪਹਿਲੀ ਗੱਲ ਤਾਂ ਤੁਸੀਂ ਜੀਨ ਪਿਆਜੇ ਦੀ ਥਿਉਰੀ ਨੂੰ ਕਰਨ ਲਈ ਨਾ ਬੱਚਿਆਂ ਨੂੰ ਧਿਆਨ 'ਚ ਰੱਖਿਓ। ਛੋਟੇ ਬੱਚਿਆਂ ਨੂੰ ਦ੍ਰਿਸ਼ ਬਣਾ ਲਿਓ ਉਹਨਾਂ ਦਾ। ਹੁਣ ਜੇਕਰ ਤੁਸੀਂ 0 ਤੋਂ 2 ਸਾਲ ਦੇ ਬੱਚੇ ਦਾ ਦ੍ਰਿਸ਼ ਆਪਦੇ ਨਜ਼ਰਾਂ 'ਚ ਬਣਾ ਲਓ, ਜਾਂ ਤੁਹਾਡੇ ਘਰ ਦੇ ਵਿੱਚ ਐਡਾ ਕੁ ਬੱਚਾ ਹੈਗਾ, ਜਾਂ ਤੁਹਾਡੇ ਰਿਸ਼ਤੇਦਾਰੀ 'ਚ ਹੈਗਾ, ਜਾਂ ਤੁਹਾਡੇ ਆਂਢ ਗੁਆਂਢ 'ਚ ਹੈ, ਤਾਂ ਜਿਹੜੀਆਂ ਜਦੋਂ ਤੁਸੀਂ ਜੀਨ ਪਿਆਜੇ ਨੂੰ ਪੜ੍ਹਦੇ ਜਾਓਗੇ ਨਾ, ਤੁਹਾਨੂੰ ਉਹ ਬੱਚੇ ਦੀਆਂ ਹਰਕਤਾਂ ਯਾਦ ਆਉਂਦੀਆਂ ਰਹਿ ਜਾਣਗੀਆਂ ਵੀ ਇੱਦਾਂ ਹੀ ਕਰਦਾ। ਤੁਹਾਡੇ ਆਪਣੇ ਬੱਚੇ ਵੀ ਜਿਹੜੇ ਮੈਡ ਪਰਸਨ ਨੇ ਉਹ ਧਿਆਨ 'ਚ ਕਰ ਸਕਦੇ ਹੋ ਤੁਸੀਂ। ਸੋ ਆਪਾਂ ਪਹਿਲੀ ਗੱਲਬਾਤ ਦੇਖਦੇ ਹਾਂ। ਸੈਂਸਰੀ ਮੋਟਰ ਸਟੇਜ ਦੇ ਵਿੱਚ 0 ਤੋਂ 2 ਸਾਲ ਦੇ ਜਿਹੜੇ ਬੱਚੇ ਨੇ ਉਹ ਕੀ ਕਰਦੇ ਨੇ ਜੀਨ ਪਿਆਜੇ ਦੇ ਅਕੋਰਡਿੰਗ? ਬੱਚਾ ਭਾਸ਼ਾ ਦੀ ਵਰਤੋਂ ਪੂਰੀ ਤਰ੍ਹਾਂ ਨਹੀਂ ਕਰ ਸਕਦਾ। ਇੰਨੀ ਉਮਰ ਦੇ ਵਿੱਚ ਬੱਚਾ ਜਿਹੜਾ ਪੂਰੀ ਤਰ੍ਹਾਂ ਭਾਸ਼ਾ ਬੋਲ ਨਹੀਂ ਸਕਦਾ। ਉਹ ਮਾਂ ਬਾਪ, ਬਾਪ ਬੋਲਦਾ ਹੁੰਦਾ, ਇਸ ਤਰ੍ਹਾਂ ਹੀ ਬਸ ਥੋੜ੍ਹਾ ਜਿਹਾ ਬੜਬੜਾਉਂਦਾ ਹੁੰਦਾ ਹੈ। ਸੋ ਉਹਨੂੰ ਪੂਰੀ ਤਰ੍ਹਾਂ ਭਾਸ਼ਾ ਬੋਲਣੀ ਨਹੀਂ ਆਉਂਦੀ ਜੀ। ਦੂਸਰਾ ਪੁਆਇੰਟ ਕੀ ਹੈ ਇਹਦੇ ਬਾਰੇ 'ਚ? ਸੰਵੇਦੀ ਕਿਰਿਆਵਾਂ ਹੁੰਦੀਆਂ ਹਨ, ਜਿਵੇਂ ਸਾਹ ਲੈਣਾ, ਉਵਾਸੀ ਲੈਣਾ, ਅੱਖ ਝਪਕਾਉਣਾ। ਇਹ ਆਪਣੇ ਆਪ ਦੇ ਵਿੱਚ ਉਹਦੀਆਂ ਮਤਲਬ ਸੈਂਸਰੀ ਮੋਟਰ ਐਕਟੀਵਿਟੀਜ਼ ਨੇਗੀਆਂ। ਸੈਂਸਰੀ ਮੋਟਰ ਐਕਟੀਵਿਟੀਜ਼ ਇਹ ਆਪਣੇ ਆਪ ਕਰਦਾ, ਜਿਵੇਂ ਉਵਾਸੀ ਲੈਣਾ, ਸਾਹ ਲੈਣਾ, ਉਵਾਸੀ ਲੈਣਾ, ਇਹ ਆਪਣੇ ਆਪ ਨੇ, ਉਹਨੂੰ ਸਿਖਾਈਆਂ ਨਹੀਂ ਜਾਂਦੀਆਂ। ਉਹਨੂੰ ਕਿਤੇ ਆਪਾਂ ਨਾ ਪ੍ਰੋਪਰ ਉਸ ਬੱਚੇ ਨੂੰ 0 ਤੋਂ 2 ਸਾਲ ਦੇ ਬੱਚੇ ਨੂੰ ਇਹ ਮਤਲਬ ਕਿਤੋਂ ਆਪਾਂ ਉਹਨੂੰ ਲਰਨ ਨਹੀਂ ਕਰਵਾਉਂਦੇ, ਜਾਂ ਉਹਨੂੰ ਟ੍ਰੇਨਿੰਗ ਨਹੀਂ ਦਿੰਦੇ ਕੋਈ। ਉਹ ਆਪਣੇ ਆਪ ਉਹਦੇ ਵਿੱਚ ਕਿਰਿਆਵਾਂ ਹੁੰਦੀਆਂ ਰਹਿੰਦੀਆਂ ਨੇ। ਇਹ ਪ੍ਰਸ਼ਨ ਇੱਥੋਂ ਹੀ ਬਣ ਜਾਂਦਾ ਵੀ ਸਾਹ ਲੈਣਾ, ਉਵਾਸੀ ਲੈਣਾ ਬੱਚੇ ਦੀ ਮੁੱਢਲੀ ਜਾਂ ਕਿਹੜੀ ਸਟੇਜ ਦੇ ਵਿੱਚ ਉਹਦੀ ਆਪਣੀ ਇਹ ਕਿਰਿਆ ਮੰਨੀ ਜਾਂਦੀ ਹੈ। ਸੋ ਅਗਲਾ ਪੁਆਇੰਟ ਹੈ ਜੀ, ਇਸ ਸਮੇਂ ਵਿੱਚ ਬੱਚਾ ਗਿਆਨ ਇੰਦਰੀਆਂ ਰਾਹੀਂ ਸਿੱਖਦਾ। ਜਿਹੜੀਆਂ ਉਹਦੇ ਮਤਲਬ ਜਿਹੜੀਆਂ ਗਿਆਨ ਇੰਦਰੀਆਂ ਨੇ ਨਾ, ਉਹਨਾਂ ਦੇ ਰਾਹੀਂ ਸਿੱਖਦਾ। ਜਿਵੇਂ ਸਰੀਰਕ ਗਤੀਵਿਧੀਆਂ, ਜਿਵੇਂ ਹੱਥ ਹਿਲਾਉਣਾ, ਪਕੜਨਾ ਆਦਿ ਸਭ ਕੁਝ ਬੱਚਾ ਕਰਦਾ ਏ ਇਸ ਸਮੇਂ ਦੇ ਵਿੱਚ। ਮਤਲਬ ਹੱਥ ਉਹ ਆਪਣੇ ਆਪ ਹੀ ਹਿਲਾਉਂਦਾ, ਪਕੜਦਾ ਵੀ ਹੈ ਕਿਸੇ ਚੀਜ਼ ਨੂੰ। ਤੁਸੀਂ ਨਾ ਛੋਟਾ ਬੱਚਾ ਬਿਲਕੁਲ ਪਿਆ ਚਾਹੇ ਮੰਜੇ 'ਤੇ, ਉਹਨੂੰ ਤੁਸੀਂ ਕਿਤੇ ਵੀ ਪਾ ਰੱਖਿਆ ਹੈਗਾ, ਜੇ ਉਹਨੇ ਨਾ ਤੁਸੀਂ ਆਪਣੀ ਉਂਗਲ ਉਹਦੀ
ਹੱਥ ਤੇ ਧਰ ਦੋ ਤਾਂ ਉਹਨੂੰ ਉਹ ਪਕੜ ਲੂਗਾ, ਐ ਮਤਲਬ ਮੁੱਠੀ ਬੰਦ ਕਰ ਲੂਗਾ, ਉਂਗਲ ਨੂੰ ਪਕੜ ਕੇ ਰੱਖੂਗਾ। ਉਹ ਤੋਂ ਕੋਈ ਉਹਨੂੰ ਤੁਸੀਂ ਪੈਨ ਪੈਨਸਲ ਫੜਾ ਦਿਓ ਉਹਨੂੰ ਵੀ ਪਕੜ ਲੂਗਾ। ਸੋ ਗਿਆਨ ਇੰਦਰੀਆਂ ਰਾਹੀਂ ਇੱਥੇ ਬੱਚਾ ਸਿੱਖਦਾ, ਜਿਹੜੀਆਂ ਸਰੀਰਕ ਜਿਵੇਂ ਅੱਖਾਂ, ਕੰਨ, ਨੱਕ, ਇਹਦੇ ਰਾਹੀਂ ਹੀ ਸਾਰੀ ਨੌਲੇਜ ਜਿਹੜੀ ਬੱਚੇ ਨੂੰ ਹੁੰਦੀ ਹੈਗੀ ਸੈਂਸਰੀ ਮੋਟਰ ਸਟੇਜ ਦੇ ਵਿੱਚ। ਬੱਚਾ ਨਕਲ ਕਰਦਾ ਜੀ, 0 ਤੋਂ 2 ਸਾਲ ਦਾ ਬੱਚਾ ਨਕਲ ਕਰਦਾ, ਜਿਵੇਂ ਤੁਸੀਂ ਕਰਦੇ ਹੋ। ਜੇ ਤੁਸੀਂ ਕਈ ਵਾਰ ਤੁਸੀਂ ਆਪਣੀਆਂ ਮਾਤਾਵਾਂ ਨੂੰ, ਦਾਦੀਆਂ ਨੂੰ ਦੇਖਿਆ ਹੋਊਗਾ, ਬੱਚੇ ਨੂੰ ਗੋਦੀ 'ਚ ਚੱਕ ਕੇ ਨਾ ਉਹ ਥੋੜ੍ਹੀਆਂ ਜਿਹੀਆਂ ਲੋਰੀਆਂ ਟਾਈਪ ਜੇ ਗੀਤ ਜੇ ਮਤਲਬ ਬੁੜਬੁੜਾਉਂਦੀਆਂ ਨੇ, ਗੱਲਬਾਤ ਜੀ ਕਰਦੀਆਂ ਨੇ, ਬੱਚਾ ਵੀ ਉਵੇਂ ਹੀ ਕਰਨ ਲੱਗ ਜਾਂਦਾ ਕਈ ਵਾਰ। ਤੁਸੀਂ ਮਤਲਬ ਆਪਾਂ ਕਈ ਵਾਰ ਭੁੱਲ ਜਾਂਦੇ ਹਾਂ ਉਸ ਸਥਿਤੀ 'ਚੋਂ। ਜੇਕਰ ਤੁਹਾਡੇ ਬੱਚਾ ਨੇੜੇ ਹੈਗਾ ਤਾਂ ਤੁਸੀਂ ਦੇਖ ਰਹੇ ਹੋਵੋਗੇ, ਉਹਨੂੰ ਦ੍ਰਿਸ਼ ਬਣਾ ਲਿਓ ਆਪਣੇ ਮਨ 'ਚ। ਬੱਚਾ ਨਕਲ ਕਰਦਾ, ਵੱਡਿਆਂ ਦੀ ਨਕਲ ਕਰਦਾ। ਜਿਹੜੇ ਨਾ ਬੱਚੇ ਅੱਜ ਕੱਲ੍ਹ ਦੀਆਂ ਸਮੱਸਿਆਵਾਂ ਇਹ ਆਉਂਦੀਆਂ ਵੀ ਨੇ ਵੀ ਬੱਚੇ ਵੱਡੇ ਹੋ ਕੇ ਬੋਲਣਾ ਸਿੱਖਦੇ ਨੇ, ਥੋੜ੍ਹਾ ਜਿਹਾ ਇਹ ਗੱਲਾਂ ਆਉਂਦੀਆਂ ਨੇ ਅੱਜ ਕੱਲ੍ਹ। ਉਹਦਾ ਕਾਰਨ ਕੀ ਹੈ? ਪੁਰਾਣੇ ਸਮਿਆਂ ਦੇ ਵਿੱਚ ਜਿਹੜੀਆਂ ਸਾਡੀਆਂ ਬਜ਼ੁਰਗ ਔਰਤਾਂ ਸੀਗੀਆਂ, ਮਾਤਾਵਾਂ ਸੀ, ਦਾਦੀਆਂ ਸੀ, ਉਹ ਬੱਚੇ ਨਾਲ ਬਹੁਤ ਸਾਰੀਆਂ ਗੱਲਾਂ ਕਰਦੀਆਂ ਸੀ। ਅੱਜ ਕੱਲ੍ਹ ਦੀਆਂ ਲੇਡੀਜ਼ ਥੋੜ੍ਹਾ ਜਿਹਾ ਸੰਗਾਉਂਦੀਆਂ ਨੇਗੀਆਂ, ਉਹ ਬੋਲਦੀਆਂ ਨੇਗੀਆਂ ਉਸ ਤਰੀਕੇ ਨਾਲ, ਆਵਾਜ਼ਾਂ ਕੱਢ ਕੱਢ ਕੇ, ਜਿਹੜੀਆਂ ਬੱਚੇ ਨੂੰ ਅਟਰੈਕਟਿਵ ਕਰਨ। ਸੋ ਆਪਾਂ ਮੇਨ ਪੁਆਇੰਟ 'ਤੇ ਆਉਣੇ ਆ। ਮੇਨ ਗੱਲ ਹੈ ਜਿਹੜੀ ਸੈਂਸਰੀ ਮੋਟਰ ਸਟੇਜ ਦੀ ਜੀ, ਇਹ ਆ ਗਈ ਆ ਵਸਤੂ ਸਥਾਈਪੁਣਾ। ਮੇਨ ਗੱਲ ਹੈ ਇਹ, ਇਹਦੇ ਵਿੱਚ ਇਹ ਹਿੱਸੇ ਤੋਂ ਪ੍ਰਸ਼ਨ ਬਣਾਉਂਦਾ ਐਗਜ਼ਾਮੀਨਰ। ਵਸਤੂ ਸਥਾਈਪੁਣਾ 18 ਤੋਂ 24 ਮਹੀਨੇ ਤੱਕ ਆ ਜਾਂਦਾ ਹੈ, ਭਾਵ ਬੱਚਾ ਲੁਕੀਆਂ ਹੋਈਆਂ ਚੀਜ਼ਾਂ ਨੂੰ ਲੱਭਣ ਲੱਗ ਜਾਂਦਾ। ਇਹ ਆਹ ਪੁਆਇੰਟ ਵੀ ਇਸੇ ਨਾਲ ਹੀ ਜੁੜਦਾ। ਦੂਸਰਾ, ਉਸ ਨੂੰ ਪਤਾ ਲੱਗ ਜਾਂਦਾ ਕਿ ਪੈਨ ਅਤੇ ਮਾਰਕਰ ਵਿੱਚ ਫਰਕ ਹੈ। ਹੁਣ ਗੱਲ ਕੀ ਹੈ ਵਸਤੂ ਸਥਾਈਪੁਣਾ, ਕੀ ਗੱਲ ਹੈ? ਪਰਮਾਨੈਂਟ ਹੈਗੀ ਹੈ ਜਿਹੜੀ ਸਥਿਤੀ ਦਾ ਪਤਾ ਲੱਗਣ ਲੱਗ ਜਾਂਦਾ ਉਹਨੂੰ, ਕੀ ਗੱਲਬਾਤ ਹੈ। ਵਸਤੂ ਸਥਾਈਪੁਣਾ ਮਤਲਬ ਇੱਕ ਤਾਂ ਇਹ ਗੱਲ ਪ੍ਰਸ਼ਨ ਆਉਂਦਾ ਹੁੰਦਾ ਵੀ ਵਸਤੂ ਸਥਾਈਪੁਣਾ ਕਿਹੜੀ ਸਟੇਜ 'ਚ ਆਉਂਦਾ। ਸੋ ਆਉਂਦਾ ਉਹ ਸੈਂਸਰੀ ਮੋਟਰ ਸਟੇਜ ਦੇ ਵਿੱਚ ਹੈ, ਪਰ ਆਉਂਦਾ ਇਹ ਇਹਦੇ ਅਖੀਰ 'ਚ ਹੈ। 0 ਤੋਂ 2 ਸਾਲ ਮੰਨਿਆ ਗਿਆ, ਮਤਲਬ ਇੱਥੇ 24 ਮਹੀਨੇ, 2 ਸਾਲ ਪੂਰੇ ਹੋ ਗਏ ਇੱਥੇ। ਸੋ 18 ਤੋਂ 24 ਮਹੀਨੇ ਦੇ ਸਮੇਂ ਦੇ ਵਿੱਚ ਆਉਂਦਾ ਜੀ ਇਹ, ਮਤਲਬ ਸੈਂਸਰੀ ਮੋਟਰ ਦੇ ਅਖੀਰਲੇ ਪੜਾਅ 'ਚ ਵਸਤੂ ਸਥਾਈਪੁਣਾ ਆ ਜਾਂਦਾ। ਵਸਤੂ ਸਥਾਈਪੁਣਾ ਹੁੰਦਾ ਕੀ ਹੈ ਵੀ ਜਿਹੜੀਆਂ ਲੁਕੀਆਂ ਹੋਈਆਂ ਚੀਜ਼ਾਂ ਨੇ ਨਾ, ਉਹਨਾਂ ਨੂੰ ਵੀ ਲੱਭਣਾ ਸ਼ੁਰੂ ਕਰ ਦਿੰਦਾ। ਬੱਚੇ ਨੂੰ ਪਤਾ ਲੱਗ ਜਾਂਦਾ ਜਦੋਂ, ਜੇਕਰ ਬੱਚਾ ਬਿਲਕੁਲ ਛੋਟਾ ਹੈ ਤਾਂ ਮੰਨ ਲਓ ਉਹਦੇ ਹੱਥ ਦੇ ਵਿੱਚ ਤੁਸੀਂ ਕੋਈ ਖਿਡੌਣਾ ਫੜਾਤਾ ਅਤੇ ਉਹ ਤੋਂ ਇੱਕਦਮ ਫੜ ਕੇ ਤੁਸੀਂ ਉਹਦੇ ਪਿੱਛੇ ਕਰ ਲਿਆ ਜਾਂ ਆਪਣੇ ਪਿੱਛੇ ਕਰ ਲਿਆ, ਤੁਸੀਂ ਲੁਕੋ ਲਿਆ, ਤਾਂ ਬੱਚੇ ਨੂੰ ਪਤਾ ਨਹੀਂ ਲੱਗਦਾ ਸਟਾਰਟਿੰਗ ਦੇ ਵਿੱਚ ਵੀ ਮੇਰੇ ਹੱਥ 'ਚ ਕਿਹੜੀ ਚੀਜ਼ ਸੀ ਅਤੇ ਉਹ ਕਿੱਥੇ ਗਈ। ਹੁਣ ਫਿਰ ਉਹਦਾ ਬੱਚੇ ਦਾ ਹੋਰ ਪਾਸੇ ਧਿਆਨ ਹੋ ਜਾਂਦਾ। ਜਦੋਂ 18 ਤੋਂ 24 ਮਹੀਨੇ ਦੀ ਉਮਰ ਆ ਜਾਂਦੀ ਹੈ ਤਾਂ ਜੇਕਰ ਤੁਸੀਂ ਉਹਦੇ ਹੱਥ 'ਚੋਂ, ਬੱਚੇ ਦੇ 'ਚੋਂ ਖਿਡੌਣਾ ਫੜ ਕੇ ਸਾਈਡ 'ਤੇ ਕਰ ਲੈਂਦੇ ਹੋ, ਪਿੱਛੇ ਕਰ ਲੈਂਦੇ ਹੋ, ਲੁਕੋ ਲੈਂਦੇ ਹੋ, ਤਾਂ ਬੱਚੇ ਨੂੰ ਪਤਾ ਲੱਗ ਜਾਂਦਾ ਵੀ ਮੇਰੇ ਹੱਥ 'ਚੋਂ ਕੋਈ ਚੀਜ਼ ਫੜ ਕੇ ਕਿੱਧਰ ਲੈ ਗਿਆ, ਪਿੱਛੇ ਕਰ ਲਈ ਜਾਂ ਮੇਰੇ ਪਿੱਛੇ ਛਿੜਤੀ ਜਾਂ ਲੁਕੋਤੀ ਜਾਂ ਕਿਸੇ ਚੀਜ਼ ਦੇ ਥੱਲੇ ਕਰਤੀ। ਉਹ ਉਹਨੂੰ ਲੱਭਦਾ ਫਿਰ ਵੀ ਕਿੱਧਰ ਗਈ, ਹੈ ਨਾ। ਜਿਵੇਂ ਇੱਥੇ ਨਾਲ ਹੀ ਰਿਲੇਟ ਆਪਾਂ ਇਹ ਗੱਲ ਕਰੀਏ ਵੀ ਉਹਨੂੰ ਪਤਾ ਲੱਗ ਜਾਂਦਾ। ਜੇਕਰ ਤੁਸੀਂ ਉਹਦੇ ਹੱਥ 'ਚੋਂ ਪੈਨ ਉਹਦੇ ਹੱਥ 'ਚ ਹੈ ਅਤੇ ਉਹਨੂੰ ਫੜ ਲੈਂਦੇ ਹੋ, ਫਿਰ ਉਹਨੂੰ ਮਾਰਕਰ ਦਿਖਾਉਣੇ ਹੋ, ਤਾਂ ਉਹਨੂੰ ਪਤਾ ਲੱਗ ਜਾਂਦਾ ਵੀ ਜਿਹੜੀ ਪਹਿਲਾਂ ਮੇਰੇ ਹੱਥ 'ਚ ਚੀਜ਼ ਸੀ ਪੈਨ ਸੀਗਾ, ਮਤਲਬ ਬੇਸ਼ੱਕ ਉਹਦਾ ਨਾਮ ਨਹੀਂ ਜਾਣਦਾ ਪਰ ਉਹਦੀ ਸਥਿਤੀ ਪਤਾ ਲੱਗ ਜਾਂਦੀ ਹੈ ਉਹਨੂੰ ਵੀ ਉਹ ਕੁਛ ਹੋਰ ਸੀ, ਹੁਣ ਮੈਨੂੰ ਹੋਰ ਫੜਾਤਾ। ਜਿਵੇਂ ਨਾ ਤੁਸੀਂ ਅੱਜ ਕੱਲ੍ਹ ਕੀ ਮਿਲਦੀਆਂ ਨੇ ਉਦਾਹਰਨਾਂ, ਅੱਜ ਕੱਲ੍ਹ ਤੁਸੀਂ ਬੱਚੇ ਨੂੰ ਕੋਈ 2-3 ਮੋਬਾਈਲ ਫੜਾ ਦਿਓ, ਬੱਚਾ ਜਿਹੜੇ ਮੋਬਾਈਲ 'ਤੇ ਨਾ ਉਹਨੂੰ ਅਟਰੈਕਟਿਵ ਲੱਗੂਗਾ ਜਿਹੜਾ ਮੋਬਾਈਲ, ਉਹ ਉਸੇ ਨੂੰ ਲੱਭਣ ਦੀ ਕੋਸ਼ਿਸ਼ ਕਰੂਗਾ। ਜੇਕਰ ਕਈ ਵਾਰ ਜ਼ਿਆਦਾ ਹੁੰਦਾ ਵੀ ਟੱਚ ਸਕਰੀਨ ਵਾਲਾ ਮੋਬਾਈਲ ਆ, ਵੱਡਾ ਮੋਬਾਈਲ ਹੈ ਜਿਹਦੇ ਵਿੱਚ ਥੋੜ੍ਹਾ ਜਿਹਾ ਵੱਧ ਪ੍ਰਭਾਵਸ਼ਾਲੀ ਮਤਲਬ ਬੱਚੇ ਨੂੰ ਕੋਈ ਚੀਜ਼ਾਂ ਦੇਖਣ ਨੂੰ ਮਿਲਦੀਆਂ ਨੇ, ਜੇਕਰ ਉਹ ਬੱਚੇ ਦੇ ਹੱਥ 'ਚੋਂ ਮੋਬਾਈਲ ਫੜ ਕੇ ਤੁਸੀਂ ਛੋਟਾ ਫੜਾ ਦਿਓ ਜਾਂ ਡੁਪਲੀਕੇਟ ਫੜਾ ਦਿਓ ਤਾਂ ਬੱਚੇ ਨੂੰ ਪਤਾ ਲੱਗ ਜਾਂਦਾ। 0 ਤੋਂ 2 ਸਾਲ ਦੀ ਸਥਿਤੀ ਦੇ ਵਿੱਚ ਜਦੋਂ 18 ਤੋਂ 24 ਮਹੀਨਿਆਂ ਦਾ ਬੱਚਾ ਹੋ ਜਾਂਦਾ, ਥੋੜ੍ਹਾ ਮੋਟਾ ਬੈਠਣ ਲੱਗ ਜਾਂਦਾ। ਸੋ ਇਸ ਤਰੀਕੇ ਨਾਲ ਤੁਸੀਂ ਇਹਨੂੰ ਸਮਝ ਸਕਦੇ ਹੋ ਵਸਤੂ ਸਥਾਈਪੁਣੇ ਨੂੰ। ਇਹ ਵਸਤੂ ਸਥਾਈਪੁਣਾ ਹੁੰਦਾ ਹੈ। ਪ੍ਰਸ਼ਨ ਇਹਦੇ ਨਾਲ ਇਸੇ ਤਰ੍ਹਾਂ ਹੀ ਬਣ ਕੇ ਆਉਂਦਾ ਵੀ ਵਸਤੂ ਸਥਾਈਪੁਣਾ ਕਿਹੜੀ ਸਟੇਜ 'ਚ ਆਉਂਦਾ ਹੈ? ਸੈਂਸਰੀ ਮੋਟਰ ਸਟੇਜ ਦੇ ਵਿੱਚ। ਪ੍ਰੋਪਰ ਸਮਾਂ ਪੁੱਛਿਆ ਜਾਵੇ 18 ਤੋਂ 24 ਮਹੀਨੇ। ਸੋ ਜੀਨ ਪਿਆਜੇ ਦੀ ਸੈਂਸਰੀ ਮੋਟਰ ਸਟੇਜ ਦੇ ਨਾਲ ਸੰਬੰਧਿਤ ਵੈਰੀ ਇੰਪੋਰਟੈਂਟ ਇਹ ਪ੍ਰਸ਼ਨ ਸੀਗਾ। ਆਪਾਂ ਅਗਲੀ ਸਟੇਜ ਕਰਦੇ ਹਾਂ ਜੀ। ਹੁਣ ਪਹਿਲੀ ਸਟੇਜ ਦੇ ਜਿਹੜੇ ਹੈਗੇ ਸੀ ਮੇਨ ਆਪਾਂ ਪੁਆਇੰਟ ਕਰ ਲਏ ਨੇ। ਜਿਹੜੀ ਪਹਿਲੀ ਸਟੇਜ ਸੀ ਸੈਂਸਰੀ ਮੋਟਰ ਸਟੇਜ ਸੀ, ਸੰਵੇਦਨਾਤਮਕ ਗਤਿਜ ਅਵਸਥਾ 0 ਤੋਂ 2 ਸਾਲ। ਅਗਲੀ ਅਵਸਥਾ ਜੀ ਪ੍ਰੀ ਓਪਰੇਸ਼ਨਲ ਸਟੇਜ 2 ਤੋਂ 7 ਸਾਲ ਤੱਕ, 2 ਸਾਲ ਤੋਂ ਲੈ ਕੇ 7 ਸਾਲ ਤੱਕ, 6 ਸਾਲ ਦਾ ਅਖੀਰ ਮੰਨ ਲਓ, 7 ਸਾਲ ਤੱਕ ਕਹਿ ਸਕਦੇ ਹਾਂ, 2 ਤੋਂ 7 ਸਾਲ। ਪ੍ਰੀ ਓਪਰੇਸ਼ਨਲ ਸਟੇਜ ਨੂੰ ਮਤਲਬ ਪੰਜਾਬੀ 'ਚ ਬੋਲਿਆ ਜਾਊਗਾ ਪੂਰਵ ਕਿਰਿਆਤਮਕ ਅਵਸਥਾ। ਪ੍ਰੀ ਓਪਰੇਸ਼ਨਲ ਸਟੇਜ ਪੂਰਵ ਕਿਰਿਆਤਮਕ ਅਵਸਥਾ। ਸੋ ਬੱਚਾ ਇੱਥੇ ਭਾਸ਼ਾ ਸਿੱਖ ਜਾਂਦਾ ਜੀ, ਬੋਲਣ ਲੱਗ ਜਾਂਦਾ ਬੱਚਾ, ਭਾਸ਼ਾ ਬੋਲਣੀ ਲੱਗ ਜਾਂਦਾ। 2 ਤੋਂ 7 ਸਾਲ ਦੇ ਬੱਚੇ ਨੂੰ ਤੁਸੀਂ ਆਪਣੇ ਧਿਆਨ 'ਚ ਕਰ ਲਓ, ਤੁਹਾਡੇ ਨੇੜੇ ਤੇੜੇ ਜਿਹੜਾ ਬੱਚਾ ਹੋਊਗਾ 2 ਤੋਂ 7 ਸਾਲ ਦੀ ਉਮਰ ਦਾ, ਵਧੀਆ ਭਾਸ਼ਾ ਬੋਲਦਾ, ਹਰ ਗੱਲਬਾਤ ਕਰਦਾ।
ਸੋ ਇਹਦੇ ਵਿੱਚ ਨਾ ਈਗੋਸੈਂਟਰਿਕ ਹੁੰਦਾ ਇਹ, ਮਤਲਬ ਬੱਚਾ ਆਪਣੇ ਤੇ ਕੇਂਦਰਿਤ ਹੁੰਦਾ, ਸਵੈ ਕੇਂਦਰਿਤ ਹੁੰਦਾ। ਇਸ ਨੂੰ ਟੋਇਜ਼ ਵੀ ਬੋਲਿਆ ਜਾਂਦਾ, ਟੋਇਜ਼ ਖੇਡਣ ਦੀ ਅਵਸਥਾ ਵੀ ਬੋਲਿਆ ਜਾਂਦਾ ਗਾ। ਪ੍ਰੀ ਆਪਰੇਸ਼ਨਲ ਸਟੇਜ ਨੂੰ ਈਗੋਸੈਂਟਰਿਕ ਹੁੰਦਾ ਜੀ ਬੱਚਾ ਇਹ ਆਪਾਂ ਪੜ੍ਹ ਕੇ ਸੁਣਾਉਣੇ ਆ ਸਾਰੀ ਗੱਲ, ਜਿਵੇਂ ਕਿਤਾਬਾਂ ਦੇ ਵਿੱਚ ਹੁੰਦੀ ਹੈ ਨਾ, ਉਵੇਂ ਵੀ ਆਪਾਂ ਤੁਹਾਡੇ ਲਈ ਕੱਢ ਕੇ ਲੈ ਕੇ ਆਏ ਹਾਂ। ਬੱਚਾ ਆਪਣੇ ਆਪ ਨੂੰ ਤਰਜੀਹ ਦਿੰਦਾ। ਦੇਖੋ, ਬੱਚੇ ਲਈ ਹੋਰ ਕੋਈ ਦੂਸਰਾ ਜਿਹੜਾ ਉਹ ਕੋਈ ਮੁਆਇਨੇ ਨਹੀਂ ਰੱਖਦਾ। ਬੱਚਾ ਆਪਣੇ ਆਪ ਨੂੰ ਤਰਜੀਹ ਦਿੰਦਾ। ਜੇ ਤੁਸੀਂ ਉਹਨੂੰ ਖਾਣ ਦੀ ਕੋਈ ਚੀਜ਼ ਫੜਾ ਦਿਓ ਤਾਂ ਉਹਨੂੰ ਪਹਿਲਾਂ ਆਪਦੇ ਲਈ ਜ਼ਰੂਰੀ ਹੈ। ਸੋ ਬੱਚਾ ਆਪਣੇ ਆਪ ਨੂੰ ਤਰਜੀਹ ਦਿੰਦਾ, ਭਾਵ ਦੂਜੇ ਦੇ ਵਿਚਾਰਾਂ ਨੂੰ ਸਮਝ ਨਹੀਂ ਪਾਉਂਦਾ। ਬੱਚਾ ਆਪਣੇ ਆਸੇ ਪਾਸੇ ਤੋਂ ਸ਼ਬਦ ਭੰਡਾਰ ਇਕੱਠਾ ਕਰਨਾ ਸ਼ੁਰੂ ਕਰ ਦਿੰਦਾ। ਸੋ ਈਗੋਸੈਂਟਰਿਕ ਦੇ ਨਾਲ ਇਹ ਸਾਰੀ ਗੱਲ ਜੁੜਦੀ ਹੈ ਜੀ। ਬੱਚਾ ਸਿਰਫ ਆਪਣੇ ਨੂੰ ਤਰਜੀਹ ਦਿੰਦਾ। ਜੇਕਰ ਤੁਸੀਂ ਨਾ ਮਤਲਬ ਤੁਸੀਂ ਉਹਨੂੰ ਕੋਈ 10 ਰੁਪਏ ਫੜਾ ਦਿਓ ਤਾਂ ਉਹਨੂੰ ਐਂ ਲੱਗੂਗਾ ਇਹ ਮੇਰੇ ਹੀ ਨੇ। ਜਿਹੜੀ ਵੀ ਚੀਜ਼ ਉਹਨੂੰ ਫੜਾਓਗੇ ਉਹ ਆਖੂਗਾ ਇਹ ਮੇਰੀ ਹੈ, ਬਸ ਇਹ ਸਾਡੀ ਹੈ। ਉਹ ਆਪਣੇ ਆਪ 'ਤੇ ਕੇਂਦਰਿਤ ਕਰੂਗਾ ਹਰ ਗੱਲ ਨੂੰ। 2 ਤੋਂ 7 ਸਾਲ ਦੀ ਉਮਰ ਦਾ ਬੱਚਾ ਜਦੋਂ 7 ਤੋਂ ਕ੍ਰੋਸ ਕਰ ਜਾਂਦਾ ਉਹਨੂੰ ਪਤਾ ਲੱਗਣ ਲੱਗ ਜਾਂਦਾ ਵੀ ਇਹ ਮੇਰੇ ਕੰਮ ਦੀ ਨਹੀਂ ਹੈਗੀ, ਇਹ ਮੇਰੀ ਨਹੀਂ ਹੈਗੀ ਚੀਜ਼, ਇਹ ਕਿਸੇ ਦੀ ਹੋਰ ਹੈਗੀ, ਜਾਂ ਜਿਹਦੇ ਕੰਮ ਦੀ ਆ ਉਹਨੂੰ ਦਿੰਦਾ ਉਹ। ਸੋ ਇੱਥੋਂ ਤੁਸੀਂ ਧਿਆਨ 'ਚ ਰੱਖਣਾ, ਬੱਚੇ ਨੂੰ ਇੱਕ ਤਰਫਾ ਗਿਆਨ ਹੁੰਦਾ ਜੀ। ਵੈਰੀ ਇੰਪੋਰਟੈਂਟ ਪੁਆਇੰਟ ਇਹ ਹੈ, ਇੱਕ ਤਰਫਾ ਗਿਆਨ ਹੁੰਦਾ। ਕਿਵੇਂ? ਜੇਕਰ ਹੁਣ ਮੰਨ ਲਓ ਆਪਾਂ ਉਹਨੂੰ ਭਾਸ਼ਾ ਸਿਖਾਤੀ ਹੈ ਨਾ, ਅੰਕ ਸਿਖਾਤੇ 1 2 3 4 5, ਉਹਨੂੰ ਐਸੇ ਤਰ੍ਹਾਂ ਹੀ ਗਿਆਨ ਆ ਵੀ 1 2 3 4 5। ਜੇ ਉਹਨੂੰ ਆਪਾਂ ਕਹਿ ਦਈਏ ਵੀ 5 4 3 2 1, ਇਹ ਵੀ ਉਹੀ ਗੱਲ ਹੁੰਦੀ ਹੈ। ਫਿਰ ਉਹ ਇੱਥੇ ਆਖੂ ਨਹੀਂ ਵੀ ਇਹ ਭਾਸ਼ਾ ਨਹੀਂ, ਇਹ ਗਿਣਤੀ ਨਹੀਂ ਹੈਗੀ, ਉਹ ਆਖੂਗਾ ਇਹ ਗਲਤ ਗਿਣਤੀ ਹੈ। ਹਾਲਾਂਕਿ ਇਹ ਵੀ ਗਿਣਤੀ ਹੈ, ਉਲਟੀ ਗਿਣਤੀ ਹੈਗੀ। ਉਹ ਆਖੂਗਾ ਵੀ ਆਹੀ ਗਿਣਤੀ ਹੈ, ਬਸ ਆਹੀ ਹੁੰਦਾ ਗਾ। ਜੇ ਆਪਾਂ ਨੂੰ ਕਹਿ ਦਈਏ ਵੀ ਏ ਬੀ ਸੀ ਇੱਦਾਂ, ਜਾਂ ਉਹਨੂੰ ਆਪਾਂ ਨਾਲ ਹੀ ਕਹਿ ਦਈਏ ਵੀ CBA, ਵੀ ਇਹ ਵੀ ਮਤਲਬ ABC ਦੇ ਅੱਖਰ ਨੇ, ਅਲਫਾਬੈਟ ਨੇ, ਉਹ ਆਖੂ ਵੀ ਇਹੀ ਸਹੀ ਹੈ, ਇਹ ਤਾਂ ਗਲਤ ਹੈ, ਬਿਲਕੁਲ ਇਹ ਠੀਕ ਨਹੀਂ। ਸੋ ਉਹਨੂੰ ਇੱਕ ਤਰਫੇ ਗਿਆਨ ਹੁੰਦਾ ਜੀ, ਇੱਕ ਤਰਫਾ। ਮਤਲਬ ਉਹ ਉਲਟਮਾ ਉਹਨੂੰ ਪਤਾ ਨਹੀਂ ਹੁੰਦਾ, ਗਿਆਨ ਨਹੀਂ ਹੁੰਦਾ ਉਲਟਮਾ ਉਹਨੂੰ। ਸੋ ਇੱਕ ਤਰਫਾ ਹੀ ਉਹਨੂੰ ਗਿਆਨ ਹੁੰਦਾ। ਅਗਲਾ ਪੁਆਇੰਟ ਦੇਖਦੇ ਹਾਂ ਜੀ। ਵੈਰੀ ਇੰਪੋਰਟੈਂਟ ਜਿਹੜਾ ਇਹ ਪੁਆਇੰਟ ਹੈ, ਲੇਕ ਆਫ ਕੰਜ਼ਰਵੇਸ਼ਨ। ਜਦੋਂ ਬੱਚੇ ਨੂੰ ਗਿਣਤੀ, ਮਿਣਤੀ ਅਤੇ ਨਾਪ ਤੋਲ ਬਾਰੇ ਸਹੀ ਗਿਆਨ ਨਹੀਂ ਹੁੰਦਾ। ਸੋ ਇਹਨੂੰ ਧਿਆਨ ਨਾਲ ਤੁਸੀਂ ਥੋੜ੍ਹਾ ਜਿਹਾ ਕਰਨਾ। ਲੈਕ ਆਫ ਕੰਜ਼ਰਵੇਸ਼ਨ, ਜਦੋਂ ਬੱਚੇ ਨੂੰ ਮਤਲਬ ਗਿਣਤੀ ਮਿਣਤੀ ਦੇ ਨਾਪ ਤੋਲ ਬਾਰੇ ਸਹੀ ਗਿਆਨ ਹੁੰਦਾ ਨਹੀਂ, ਗਿਣਤੀ ਮਿਣਤੀ ਦਾ। ਜਿਵੇਂ ਮੰਨ ਲਓ ਨਾ ਆਪਾਂ ਇੱਕ ਬਰਤਨ ਦੇ ਵਿੱਚ ਇਸ ਤਰ੍ਹਾਂ ਚੀਜ਼ ਪਾ ਦਈਏ, ਇੰਨੀ ਚੜਾਈ ਦੇ ਵਿੱਚ ਹੈ, ਇੰਨੀ ਚੀਜ਼ ਹੀ ਸਾਰੀ ਜਿਹੜੀ ਆਪਾਂ ਇਹਦੇ ਵਿੱਚ ਪਾ ਤੀ, ਇੱਕ ਲੰਬੇ ਬਰਤਨ ਦੇ ਵਿੱਚ ਪਾ ਦਈਏ, ਚੀਜ਼ ਇੰਨੀ ਹੋਵੇ। ਬੱਚਾ ਇਸ ਚੀਜ਼ ਨੂੰ ਤਰਜੀਹ ਦੇਊਗਾ ਵੀ ਇਹ ਵੱਧ ਹੈ। ਉਹਨੂੰ ਨਾਪ ਤੋਲ ਦਾ ਪ੍ਰੋਪਰ ਪਤਾ ਨਹੀਂ ਹੁੰਦਾ। ਗਿਣਤੀ ਮਿਣਤੀ ਇਸੇ ਤਰ੍ਹਾਂ ਹੀ ਗਿਣਤੀ ਮਿਣਤੀ ਦਾ ਉਹਨੂੰ ਪਤਾ ਨਹੀਂ ਹੁੰਦਾ। ਉਹਨੂੰ ਇਹੀ ਟੋਟਾ ਮਤਲਬ ਇਹੀ ਭਾਗ ਵੱਧ ਲੱਗੂਗਾ। ਹਾਲਾਂਕਿ ਇੱਧਰ ਚੜਾਈ ਦੇ ਵਿੱਚ ਵੀ ਚੀਜ਼ ਉਨੀ ਵੀ ਪਾਈ ਹੈ। ਜਿਹੜੀ ਚੀਜ਼ ਆਪਾਂ ਇਹਦੇ ਵਿੱਚ ਪਾਇਆ ਪਾਣੀ, ਜੇ 2 ਲੀਟਰ ਇਹ 'ਚ ਪਾਇਆ ਤਾਂ ਇਹ 'ਚ ਵੀ 2 ਲੀਟਰ ਹੈ। ਸੋ ਇਸੇ ਨੂੰ ਤਰਜੀਹ ਦੇਊਗਾ ਬੱਚਾ। ਇਹ ਮਤਲਬ ਇੱਕ ਤਰਫ ਹੀ ਉਹਨੂੰ ਹੁੰਦਾ ਹੈਗਾ, ਜਿਵੇਂ ਗਿਆਨ ਹੁੰਦਾ ਉਸੇ ਨਾਲ ਹੀ ਸੰਬੰਧਿਤ ਗੱਲ ਇਹ ਆ ਜਾਂਦੀ ਹੈ। ਸੋ ਬੱਚੇ ਨੂੰ ਗਿਣਤੀ ਮਿਣਤੀ ਨਾਪ ਤੋਲ ਬਾਰੇ ਸਹੀ ਗਿਆਨ ਨਹੀਂ ਹੁੰਦਾ। ਅਗਲਾ ਪੁਆਇੰਟ ਦੇਖਦੇ ਹਾਂ, ਐਨੀਮਿਜ਼ਮ, ਜੀਵਵਾਦ ਜੀ। ਵੈਰੀ ਇੰਪੋਰਟੈਂਟ ਇਹ ਤਿੰਨੇ ਪੁਆਇੰਟ ਜਿਹੜੇ ਹੈਗੇ ਨੇਗੇ ਬਹੁਤ ਮਹੱਤਵਪੂਰਨ। ਇਹ ਤਿੰਨੇ। ਐਨੀਮਿਜ਼ਮ, ਬੱਚੇ ਨੂੰ ਸੰਜੀਵ ਅਤੇ ਨਿਰਜੀਵ ਦੀ ਸਮਝ ਨਹੀਂ ਹੁੰਦੀ। ਸੰਜੀਵ ਵਸਤੂਆਂ ਅਤੇ ਨਿਰਜੀਵ ਵਸਤੂਆਂ ਦੇ ਬਾਰੇ ਉਹਨੂੰ ਜ਼ਿਆਦਾਤਰ ਸਮਝ ਨਹੀਂ ਹੁੰਦੀ। ਜਿਵੇਂ ਬੱਚਾ ਛੋਟਾ ਨਾ 2 ਤੋਂ 7 ਸਾਲ ਦਾ ਹੈਗਾ, ਜੇ ਉਹਦੇ ਹੱਥ ਦੇ ਵਿੱਚ ਡੋਲ ਵਗੈਰਾ ਹੈ ਨਾ, ਕੋਈ ਖਿਡੌਣੇ ਹੁੰਦੇ ਨੇ, ਤਾਂ ਉਹ ਉਹਨਾਂ ਨੂੰ ਸਮਝਦਾ ਵੀ ਇਹਦੇ ਵਿੱਚ ਸਾਹ ਹੁੰਦੇ ਨੇ। ਜੇ ਤੁਸੀਂ ਇੱਕ ਮਤਲਬ ਬੱਚੀ ਹੈ ਛੋਟੀ ਜੀ, ਉਹਦੇ ਹੱਥ 'ਚ ਡੋਲ ਹੈਗੀ, ਜੇ ਤੁਸੀਂ ਉਹਦੀ ਡੋਲ 'ਤੇ ਕੋਈ ਮਤਲਬ ਚੋਟ ਮਾਰੋ, ਲੱਪੜ ਮਾਰੋ, ਤਾਂ ਤੁਸੀਂ ਕਹਿ ਵੀ ਦਿਓ ਵੀ ਮੈਂ ਤੇਰੀ ਡੋਲ ਨੂੰ ਕੁੱਟੂੰ, ਤਾਂ ਉਹਨੂੰ ਐਂ ਲੱਗੂਗਾ ਵੀ ਦੁੱਖ ਲੱਗੂਗਾ ਇਹਦੇ, ਹੈ ਨਾ। ਤਾਂ ਉਹ ਆਪਦੀ ਡੋਲ ਨੂੰ ਮਤਲਬ ਪਾ ਕੇ ਰੱਖਦੀ ਹੈ। ਉਦਾਹਰਨ ਦੇ ਤੌਰ 'ਤੇ ਮੈਂ ਆਪਦੀ ਬੇਟੀ ਦੇਖਦਾ ਹੁੰਦਾ ਜਿਹੜੀ 7 ਸਾਲ ਦੀ ਹੈ। ਸੋ ਆਪਣੀ ਡੋਲ ਦੇ ਨਾਲ ਪੈਂਦੀ ਆ। ਜੇ ਉਹਨੂੰ ਅਸੀਂ ਮਤਲਬ ਕਹਿ ਦਈਏ ਵੀ ਇਹਨੂੰ ਬਾਹਰ ਕੱਢਦੇ, ਹੈ ਨਾ, ਔਖੀ ਹੁੰਦੀ ਆ, ਤੂੰ ਸਾਰੀ ਰਾਤ ਆਖੋ ਇਹਨੂੰ ਠੰਡ ਲੱਗੂ, ਪਾਲਾ ਲੱਗੂ, ਮੱਛਰ ਖਾ ਜੂ, ਇਸ ਤਰ੍ਹਾਂ ਦੀ ਫੀਲਿੰਗ ਤੁਸੀਂ ਇਹ ਰਿਲੇਟ ਕਰ ਸਕਦੇ ਹੋ। ਇਹ ਗੱਲਾਂ ਹੁੰਦੀਆਂ ਜੀਵਵਾਦ, ਐਨੀਮਿਜ਼ਮ ਦੇ ਤੌਰ 'ਤੇ ਇਹ ਟਰਮ ਆਉਂਦੀ ਆ। ਮੇਕ ਬਲੀਵ, ਆਹ ਵੈਰੀ ਇੰਪੋਰਟੈਂਟ ਹੈ ਜੀ। ਵੈਸੇ ਜਿਹੜੀਆਂ ਜੀਨ ਪਿਆਜੇ ਨੇ ਜਿਹੜੀ ਗੱਲ ਬਾਲ ਵਿਕਾਸ ਦੇ ਬਾਰੇ ਬੋਲਤੀ ਨਾ, ਉਹ ਇੰਪੋਰਟੈਂਟ ਹੀ ਆ। 7-8 ਪ੍ਰਸ਼ਨ ਤਾਂ PS ਟੈਟ ਦੇ ਵਿੱਚ ਆ ਜਾਂਦੇ ਆ ਜੀਨ ਪਿਆਜੇ ਨਾਲ ਸੰਬੰਧਿਤ। ਸੋ ਬਾਲ ਵਿਕਾਸ ਦੀ ਨਾਲ ਸੰਬੰਧਿਤ ਪੋਸਟਾਂ ਦੇ ਜਿਹੜਾ ਵੀ ਸਿਲੇਬਸ ਹੈਗਾ ਜਿਹਦੇ 'ਚ, ਸੋ ਜੀਨ ਪਿਆਜੇ ਨੂੰ ਨਾ ਛੱਡਿਓ। ਮੇਕ ਬਲੀਵ ਦੀ ਟਰਮ ਹੈ ਜਿਹੜੀ ਵੈਰੀ ਇੰਪੋਰਟੈਂਟ ਹੈ। ਬੱਚਾ ਆਪਣੀਆਂ ਧਾਰਨਾਵਾਂ ਆਪ ਬਣਾਉਂਦਾ। ਉਹ ਆਪਣੀਆਂ ਧਾਰਨਾਵਾਂ ਬਣਾਉਂਦਾ ਰਹਿੰਦਾ ਬੱਚਾ ਇਸ ਉਮਰ ਦੇ ਵਿੱਚ। ਜਿਵੇਂ ਹੁਣ ਮੰਨ ਲਓ ਚੰਨ ਦੇਖ ਰਿਹਾ ਉਹ,
ਤਾਂ ਬੱਚੇ ਕਈ ਵਾਰ ਗਲੀ 'ਚ ਭੱਜੇ ਫਿਰਨਗੇ, ਉਹਨਾਂ ਨੂੰ ਐਂ ਲੱਗੂ ਵੀ ਚੰਨ ਸਾਡੇ ਮਗਰ ਆਈ ਜਾਂਦਾ। ਉਹ ਆਪਦੀਆਂ ਧਾਰਨਾਵਾਂ ਬਣਾਉਂਦੇ ਆ ਵੀ ਸਾਡੇ ਮਗਰ ਆ ਗਏ। ਤਾਰੇ ਵੀ ਉਹ ਦੇਖਦੇ ਆ, ਆਪਦੇ ਪੇਰੈਂਟਸ ਨੂੰ ਕਹਿੰਦੇ ਹੁੰਦੇ ਆ ਵੀ ਪਾਪਾ ਦੇਖੋ ਤਾਰੇ ਸਾਡੇ ਮਗਰ ਆ ਰਹੇ, ਅੱਗੇ ਆ ਰਹੇ। ਆਪਦੀਆਂ ਧਾਰਨਾਵਾਂ ਆਪੇ ਹੀ ਬਣਾਈ ਜਾਂਦੇ ਰਹਿੰਦੇ ਨੇ ਨਾ। ਸੋ ਬੱਚਾ ਜੋੜ ਘਟਾਓ ਗੁਣਾ ਭਾਗ ਇਹ ਚੀਜ਼ਾਂ ਕਰਨ ਲੱਗ ਜਾਂਦਾ ਜੀ ਬੱਚਾ ਇਸ ਸਥਿਤੀ 'ਚ ਆ ਕੇ। ਸੋ ਅਗਲੀ ਸਟੇਜ ਦੇਖਦੇ ਹਾਂ ਜੀ, ਕੰਕਰੀਟ ਓਪਰੇਸ਼ਨਲ ਸਟੇਜ। ਤੀਜੀ ਸਟੇਜ 'ਤੇ ਆ ਗਏ ਆਪਾਂ, 2 ਸਟੇਜਾਂ ਪੜ੍ਹ ਲਈਆਂ ਇਹਦੀਆਂ। ਤੀਸਰੀ ਸਟੇਜ ਕੰਕਰੀਟ ਓਪਰੇਸ਼ਨਲ ਸਟੇਜ ਹੈ ਜੀ। ਸੋ ਇਹਨੂੰ ਮਤਲਬ ਬੋਲਿਆ ਜਾਂਦਾ ਜੀ ਮੂਰਤ ਸੰਕਿਰਿਆਤਮਕ ਅਵਸਥਾ, ਪੰਜਾਬੀ ਦੇ ਵਿੱਚ ਮੂਰਤ ਸੰਕਿਰਿਆਤਮਕ ਅਵਸਥਾ। ਸੋ ਇਹਦੇ ਵਿੱਚ ਕੀ ਗੱਲਬਾਤ ਆਪਾਂ ਦੇਖਦੇ ਹਾਂ, ਬੱਚਾ ਮੂਰਤ ਚਿੰਤਨ ਕਰਦਾ। ਜਦੋਂ ਕੋਈ ਚਿੱਤਰ ਹੈ ਨਾ ਬੱਚੇ ਦੇ ਸਾਹਮਣੇ, ਜੇ ਕੋਈ ਬੱਚੇ ਦੇ ਸਾਹਮਣੇ ਚਿੱਤਰ ਹੈਗਾ ਤਾਂ ਉਹ ਉਸੇ ਦੇ ਨਾਲ ਸੰਬੰਧਿਤ ਹੀ ਫਿਰ ਗੱਲਬਾਤ ਕਰ ਸਕਦਾ ਹੈ। ਚਿੱਤਰ ਨੂੰ ਦੇਖ ਕੇ ਉਹ ਬੋਲ ਸਕਦਾ ਹੈਗਾ, ਚਿੱਤਰ ਨੂੰ ਦੇਖ ਕੇ ਸਟੱਡੀ ਕਰ ਸਕਦਾ ਹੈ, ਤਸਵੀਰਾਂ ਦੇਖ ਦੇਖ ਕੇ ਅੱਗੇ ਮਤਲਬ ਉਹ ਬੋਲ ਸਕਦਾ, ਗੱਲਬਾਤ ਕਰ ਸਕਦਾ, ਮੂਰਤ ਚਿੰਤਨ ਕਰਦਾ। ਜਿਵੇਂ ਨਾ ਆਪਾਂ ਪੜ੍ਹਾਉਣੇ ਆ ਬੱਚੇ ਨੂੰ ਕਿਤਾਬਾਂ, ਤਾਂ ਨਾਲ ਉੱਥੇ ਮੂਰਤਾਂ ਬਣਾਈਆਂ ਹੁੰਦੀਆਂ ਨੇ। ਹਰ ਇੱਕ ਜਿਹੜੀ ਆਪਾਂ ਗੱਲਬਾਤ ਕਰ ਰਹੇ ਹੁੰਦੇ ਹਾਂ ਉਹਦਾ ਚਿੱਤਰ ਬਣਾਇਆ ਹੁੰਦਾ। ਤਾਂ ਉਹ ਚਿੱਤਰ ਹੀ ਤਾਂ ਬਣਾਏ ਹੁੰਦੇ ਆ ਵੀ ਉਹ ਚਿੱਤਰ ਨੂੰ ਦੇਖ ਕੇ ਵੱਧ ਬੱਚਾ ਨਾ ਸਿੱਖਦਾ ਹੈਗਾ, ਚਿੰਤਨ ਕਰਦਾ, ਵੱਧ ਉਹਨੂੰ ਗਿਆਨ ਹੁੰਦਾ ਤਸਵੀਰਾਂ ਨੂੰ ਦੇਖ ਕੇ। ਸੋ 2 ਨੰਬਰ ਪੁਆਇੰਟ ਆ ਜਿਹੜਾ ਬੱਚਾ ਪਲਟਵਾਂ ਗਿਆਨ ਸਿੱਖ ਜਾਂਦਾ। ਸੋ ਜਿਵੇਂ ਪਹਿਲਾਂ ਆਪਾਂ ਕਰਕੇ ਰੱਖਿਆ 1 2 3 4 ਹੈ ਨਾ, ਇੱਥੇ ਹੁਣ 4 3 2 1 ਇਹ ਪਲਟਵਾਂ ਗਿਆਨ ਵੀ ਉਹਨੂੰ ਆ ਜਾਂਦਾ ਜੀ ਬੱਚੇ ਨੂੰ ਇਸ ਸਥਿਤੀ ਦੇ ਵਿੱਚ, ਕੰਕਰੀਟ ਓਪਰੇਸ਼ਨ ਸਟੇਜ ਦੇ ਵਿੱਚ। ਪ੍ਰਸ਼ਨ ਇੱਥੋਂ ਹੀ ਬਣਦਾ ਹੈਗਾ ਵੀ ਬੱਚਾ ਮੂਰਤ ਚਿੰਤਨ ਕਿੱਥੇ ਕਰਦਾ, ਕੰਕਰੀਟ ਓਪਰੇਸ਼ਨਲ ਸਟੇਜ 'ਚ। ਬੱਚੇ ਨੂੰ ਪਲਟਵਾਂ ਗਿਆਨ ਕਿਹੜੀ ਸਟੇਜ ਦੇ ਵਿੱਚ ਆ ਜਾਂਦਾ, ਕੰਕਰੀਟ ਓਪਰੇਸ਼ਨਲ ਸਟੇਜ। ਇਹ ਸਾਰੇ ਪ੍ਰਸ਼ਨ ਨੇ ਤੁਹਾਡੇ ਲਈ ਇੱਕ ਤਰ੍ਹਾਂ ਦੇ। ਸੋ ਉਹਨੂੰ ਪੁੱਠੀ ਗਿਣਤੀ ਆ ਜਾਂਦੀ ਹੈ, ਜਿਵੇਂ ਪੁੱਠੀ ਗਿਣਤੀ ਕਹਿ ਸਕਦੇ ਹਾਂ। ਵਰਗੀਕਰਨ ਕਰਨਾ ਸਿੱਖ ਜਾਂਦਾ ਜੀ, ਵੈਰੀ ਇੰਪੋਰਟੈਂਟ ਹੈ ਵਰਗੀਕਰਨ। ਜਿਵੇਂ ਮੰਨ ਲਓ ਤੁਸੀਂ ਨਾ ਮੰਨ ਲਓ ਅਲੱਗ-ਅਲੱਗ ਤਰ੍ਹਾਂ ਦੀਆਂ ਹੈ ਨਾ ਸ਼ੇਪਸ ਵਗੈਰਾ ਉੱਥੇ ਹੈ ਨਾ ਮਾਡਲ ਉਹਦੇ ਸਾਹਮਣੇ ਸਿੱਟਤੇ ਹੈ ਨਾ ਤੁਸੀਂ, ਬਹੁਤ ਸਾਰੀਆਂ ਅਲੱਗ-ਅਲੱਗ ਤਰ੍ਹਾਂ ਦੀਆਂ। ਉਹ ਇਹਨਾਂ ਦਾ ਵਰਗੀਕਰਨ ਕਰ ਲੂਗਾ ਕਿਹੜੀ ਕਿਹੜੀ ਚੀਜ਼ ਹੈ। ਮਤਲਬ ਜਦੋਂ ਜੇ ਤੁਸੀਂ ਉਹਦੇ ਮੂਹਰੇ ਪੈਨਸਲਾਂ, ਪੈਨ ਅਤੇ ਕੋਈ ਰੰਗਦਾਰ ਸਕੈਚ ਇਕੱਠੇ ਕਰਕੇ 50 ਰੱਖ ਦਿਓ, ਤਾਂ ਉਹਨੂੰ ਤੁਸੀਂ ਕਹੋ ਵੀ ਇਹਦੇ ਵਿੱਚੋਂ ਸਿਰਫ ਰੰਗਦਾਰ ਸਕੈਚ ਜਾਂ ਇਕੱਲੀਆਂ ਪੈਨਸਲਾਂ ਬਾਹਰ ਕੱਢੋ, ਤਾਂ ਜਾਂ ਅਲੱਗ-ਅਲੱਗ ਤਰ੍ਹਾਂ ਦੀਆਂ ਟੌਫੀਆਂ ਤੁਸੀਂ ਉਹਦੇ ਮੂਹਰੇ ਰੱਖ ਦਿਓ, ਤਾਂ ਇੱਕ ਤਰ੍ਹਾਂ ਦੀ ਟੌਫੀ ਇੱਕ ਕਲਰ ਦੀ ਜਾਂ ਇੱਕ ਸ਼ੇਪ ਦੀ ਜਾਂ ਇੱਕ ਸਾਈਜ਼ ਦੀ ਟੌਫੀ ਤੁਸੀਂ ਕਹੋ ਵੀ ਬਾਹਰ ਕੱਢੇ ਹੈ ਨਾ, ਉਹਦਾ ਵਰਗੀਕਰਨ ਕਰ ਲੂਗਾ ਬੱਚਾ। ਸੋ ਵਰਗੀਕਰਨ ਕਰਨਾ ਸਿੱਖ ਜਾਂਦਾ ਜੀ। ਗਿਣਤੀ ਮਿਣਤੀ ਨਾਪ ਤੋਲ ਦਾ ਉਹਨੂੰ ਪਤਾ ਲੱਗ ਜਾਂਦਾ ਇਸ ਸਟੇਜ ਦੇ ਵਿੱਚ ਆ ਕੇ। ਜਿਹੜੀਆਂ ਮਤਲਬ ਗੱਲਾਂ ਉਹ ਇਦੋਂ ਪਿਛਲੀ ਸਟੇਜ 'ਚ ਨਹੀਂ ਜਾਣਦਾ ਸੀਗਾ, ਸੋ ਇਹੋ ਇੱਥੇ ਸਿੱਖ ਜਾਂਦਾ ਜੀ। ਜਿਹੜੀਆਂ ਪ੍ਰੀ ਓਪਰੇਸ਼ਨਲ ਸਟੇਜ ਦੇ ਵਿੱਚ ਨਾ ਜਿਹੜੀਆਂ ਘਾਟਾਂ ਉਹਦੇ ਹੁੰਦੀਆਂ ਉਹਨੂੰ ਨਹੀਂ ਪਤਾ ਹੁੰਦਾ, ਤਾਂ ਉਹ ਕੰਕਰੀਟ ਓਪਰੇਸ਼ਨਲ ਸਟੇਜ ਦੇ ਵਿੱਚ ਇਹਨਾਂ ਚੀਜ਼ਾਂ ਦਾ ਪਤਾ ਲੱਗ ਜਾਂਦਾ। ਵਰਗੀਕਰਨ ਸਿੱਖ ਜਾਂਦਾ, ਪਲਟਵਾਂ ਗਿਆਨ ਆ ਜਾਂਦਾ, ਗਿਣਤੀ ਮਿਣਤੀ ਨਾਪ ਤੋਲ ਦਾ ਪਤਾ ਲੱਗ ਜਾਂਦਾ। ਸੋ ਬੱਚੇ ਦੇ ਮਨ 'ਚ ਸਵਾਲ ਆਉਣੇ ਸ਼ੁਰੂ ਹੋ ਜਾਂਦੇ ਨੇ। ਬੱਚਾ ਨਾ ਗੱਲਬਾਤ ਸਮਝਣੀ ਸ਼ੁਰੂ ਕਰ ਜਾਂਦਾ, ਸਵਾਲ ਆਉਂਦੇ ਨੇ। ਬੱਚਾ ਤੁਸੀਂ ਇਹ ਸਟੇਜ ਹੁੰਦੀ ਹੈ ਨਾ ਜਿਹੜੀ 7 ਤੋਂ ਉੱਪਰ ਅੱਗੇ ਜਾ ਕੇ 12 ਸਾਲ ਤੱਕ, 7 ਤੋਂ 12 13 ਸਾਲ ਤੱਕ ਬੱਚਾ ਸਵਾਲ ਕਰਦਾ, ਬਹੁਤ ਜ਼ਿਆਦਾ ਸਵਾਲ ਕਰਦਾ, ਤੁਸੀਂ ਥੱਕ ਜਾਂਦੇ ਹੋ। ਇੱਕ ਨਾ ਕਈ ਵਾਰ ਵੱਡੀਆਂ ਮਾਵਾਂ ਆਪਣੀਆਂ ਦਾਦੀਆਂ ਕਹਿ ਦਿੰਦੀਆਂ ਨੇ ਬੱਚੇ ਦੀ ਮਾਂ ਨੂੰ, ਆਪਣੀ ਨੂੰਹ ਨੂੰ ਜਾਂ ਆਪਣੀ ਧੀ ਨੂੰ, ਜਦੋਂ ਉਹਨਾਂ ਦੇ ਬੱਚਾ ਛੋਟਾ ਹੁੰਦਾ ਤਾਂ ਉਹ ਕਹਿੰਦੀ ਹੈ, ਜਦੋਂ ਮਾਂ ਦੇ ਨਾਲ ਬੱਚਾ ਬੋਲਦਾ, ਮਾਂ ਕਰਦਾ, ਤਾਂ ਉਹਦੀਆਂ ਮੰਮੀਆਂ ਬਹੁਤ ਖੁਸ਼ ਹੁੰਦੀਆਂ ਵੀ ਇਹ ਬੋਲਦਾ। ਫਿਰ ਦਾਦੀਆਂ ਨੂੰ ਕਹਿ ਦਿੰਦੀਆਂ ਕੋਈ ਨਹੀਂ ਵੀ ਇਹ ਤਾਂ ਇੰਨਾ ਬੋਲੂਗਾ ਵੀ ਤੂੰ ਥੱਕ ਜਾਏਗੀ, ਇਹਦੀਆਂ ਗੱਲਾਂ ਸੁਣ ਕੇ ਫਿਰ ਤੂੰ ਅੱਕਿਆ ਕਰੇਗੀ। ਇਹ ਗੱਲਾਂ ਸਾਨੂੰ ਆਮ ਹੀ ਸੁਣਨ ਨੂੰ ਮਿਲਦੀਆਂ। ਤਾਂ ਫਿਰ ਇਹੀ ਸਟੇਜ ਹੁੰਦੀ ਹੈ 7 ਤੋਂ 12 13 ਸਾਲ ਦੀ ਸਟੇਜ ਹੁੰਦੀ ਹੈ ਜਿਹੜੀ ਕੰਕਰੀਟ ਓਪਰੇਸ਼ਨਲ ਸਟੇਜ। ਜਦੋਂ ਬੱਚਾ ਬਹੁਤ ਜ਼ਿਆਦਾ ਸਵਾਲ ਕਰਦਾ, ਉਹਦੇ ਸਾਹਮਣੇ ਜਿਹੜੀ ਵੀ ਚੀਜ਼ ਹੈ ਨਾ ਉਹਦੇ ਬਾਰੇ ਸਵਾਲ ਕਰਨੇ ਸ਼ੁਰੂ ਕਰ ਦੂ। ਮੰਨ ਲਓ ਤੁਸੀਂ ਉਹਨੂੰ ਕੋਈ ਚੀਜ਼ ਬਣਾ ਕੇ ਦਿੰਦੇ ਹੋ, ਇਹ ਕਿਵੇਂ ਬਣੀ ਹੈ, ਇਹ ਕਿੱਥੋਂ ਆਈ ਆ, ਪਾਪਾ ਕਿੱਥੇ ਗਏ ਨੇ, ਕੀ ਕਰਨ ਗਏ ਨੇ, ਕਾਹਤੇ ਗਏ ਨੇ, ਮਤਲਬ ਹਰ ਚੀਜ਼ ਬਾਰੇ ਸਵਾਲ ਕਰਦਾ। ਬੱਚੇ ਦੇ ਮਨ 'ਚ ਸਵਾਲ ਹੀ ਸਵਾਲ ਆਉਣ ਲੱਗ ਜਾਂਦੇ ਆ ਇਸ ਸਟੇਜ ਦੇ ਵਿੱਚ। ਅਗਲੀ ਸਟੇਜ ਜੀ, ਚੌਥੀ ਸਟੇਜ ਆ ਆਪਣੀ, ਜੀਨ ਪਿਆਜੇ ਨਾਲ ਸੰਬੰਧਿਤ ਆਖਰੀ ਸਟੇਜ ਹੈ। ਆਪਾਂ ਜਿੰਨੀ ਵੀ ਗੱਲ ਤੁਹਾਨੂੰ ਕਰਵਾ ਰਹੇ ਹਾਂ ਨਾ ਜੀਨ ਪਿਆਜੇ ਦੇ ਗਿਆਨਾਤਮਕ ਵਿਕਾਸ ਦੇ ਸਿਧਾਂਤ ਦੇ ਨਾਲ ਸੰਬੰਧਿਤ, ਕੋਗਨਿਟਿਵ ਡਿਵੈਲਪਮੈਂਟ ਥਿਓਰੀ ਦੇ ਨਾਲ ਸੰਬੰਧਿਤ ਜਿਹੜੀਆਂ 4 ਸਟੇਜਾਂ ਨੇ, ਹਰ ਗੱਲ ਪ੍ਰਸ਼ਨ ਦੇ ਵਿੱਚ ਉੱਠੀ ਹੋਈ ਹੈ। ਸੋ ਫਾਰਮਲ ਓਪਰੇਸ਼ਨਲ ਸਟੇਜ 12 ਤੋਂ ਉੱਪਰ ਦੀ ਸਟੇਜ ਹੈਗੀ। ਪਹਿਲੀ ਸਟੇਜ ਸੀਗੀ ਸੈਂਸਰੀ ਮੋਟਰ ਸਟੇਜ 0 ਤੋਂ 2 ਸਾਲ। ਦੂਸਰੀ ਸਟੇਜ ਸੀਗੀ 2 ਤੋਂ 7 ਸਾਲ। ਤੀਸਰੀ ਜੀ 7 ਤੋਂ 12 ਸਾਲ। ਅਤੇ ਅਗਲੀ ਇਹ ਚੌਥੀ ਸਟੇਜ ਹੈ ਜਿਹੜੀ 12 ਤੋਂ ਉੱਪਰ ਦੀ ਉਮਰ ਦੀ ਹੈ, ਫਾਰਮਲ ਓਪਰੇਸ਼ਨਲ ਸਟੇਜ ਹੈ ਜਿਹੜੀ। ਸੋ ਇਹਦੇ ਵਿੱਚ ਬੱਚਾ ਕੀ ਗੱਲਬਾਤ ਕਰਦਾ, ਬੱਚੇ ਦਾ ਕੀ ਵਿਕਾਸ ਹੁੰਦਾ, ਕੀ ਸਿੱਖ ਜਾਂਦਾ ਬੱਚਾ, ਕੀ ਗੱਲਾਂ ਕਰਦਾ, ਉਹ ਆਪਾਂ ਦੇਖਦੇ ਹਾਂ। ਬੱਚੇ ਵਿੱਚ ਰਚਨਾਤਮਕਤਾ ਆ ਜਾਂਦੀ ਹੈ,
ਬੱਚਾ ਰਚਨਾਤਮਕਤਾ ਆ ਜਾਂਦੀ ਹੈ, ਬੱਚਾ ਰੌਚਕ ਗੱਲਾਂ ਕਰਦਾ। ਬੱਚੇ ਨੂੰ ਨਾ ਜੇ ਤੁਸੀਂ ਇਸ ਉਮਰ ਦੇ ਵਿੱਚ 12-13 ਸਾਲ ਦੀ ਉਮਰ ਦੇ ਬੱਚੇ ਕੋਲੇ ਖਿਡੌਣਾ ਜੇ ਉਹਨੂੰ ਦੇ ਦਿਓ, ਉਹ ਖਿਡੌਣੇ ਨਾਲ ਖੇਡਦਾ ਘੱਟ ਆ, ਉਹਨੂੰ ਤੋੜ ਮਰੋੜ ਕੇ ਉਹਨੂੰ ਖੋਲ ਕੇ ਦੁਬਾਰੇ ਜੋੜਨਾ ਕਰਨਾ ਐ ਜੇ ਟੇਢੇ ਵਿੰਗੇ ਕੰਮ ਜ਼ਰੂਰ ਕਰਦਾ ਗਾ। ਜੇ ਬੱਚੇ ਨੂੰ ਤੁਸੀਂ 4-5 ਖਿਡੌਣੇ ਦੇ ਦਿਓ, ਉਹ ਕੋਈ ਚੀਜ਼ ਕਿਸੇ ਦੀ ਪੱਟ ਕੇ ਕਿਤੇ ਜੜ ਦੂਗਾ। ਮਤਲਬ ਉਹ ਰਚਨਾਤਮਕਤਾ ਆ ਜਾਂਦੀ ਆ ਉਹਦੇ ਵਿੱਚ, ਕ੍ਰੀਏਟੀਵਿਟੀ ਆ ਜਾਂਦੀ ਆ, ਉਹ ਮਤਲਬ ਲੱਗੇ ਹੀ ਰਹਿੰਦਾ। ਅਮੂਰਤ ਚਿੰਤਨ ਕਰਨਾ ਸ਼ੁਰੂ ਕਰ ਦਿੰਦਾ। ਵੈਰੀ ਇੰਪੋਰਟੈਂਟ ਹੈ ਜੀ, ਪ੍ਰਸ਼ਨ ਹੀ ਇੱਥੇ ਬਣਦਾ ਵੀ ਕਿਹੜੀ ਸਟੇਜ ਦੇ ਵਿੱਚ ਜੀਨ ਪਿਆਜੇ ਦੇ ਅਕੋਰਡਿੰਗ ਬੱਚਾ ਅਮੂਰਤ ਚਿੰਤਨ ਕਰਨਾ ਸ਼ੁਰੂ ਕਰ ਦਿੰਦਾ। ਅਮੂਰਤ ਮਤਲਬ ਆੜਾ ਲੱਗ ਗਿਆ। ਜੇ ਮੂਰਤ ਹੈ ਇਕੱਲਾ ਤਾਂ ਮਤਲਬ ਮੂਰਤ ਦੇਖਦਾ, ਉਹ ਚਿੱਤਰ ਦੇਖ ਕੇ ਕਰਦਾ। ਜਦੋਂ ਆੜਾ ਲੱਗ ਗਿਆ ਅਮੂਰਤ, ਮਤਲਬ ਉਹਨੂੰ ਕੋਈ ਵੀ ਗੱਲ ਬੋਲਣ ਲਈ, ਮੰਨ ਲਓ ਜੇ ਹਾਥੀ ਬਾਰੇ ਗੱਲ ਬੋਲਦਾ ਤਾਂ ਉਹਦਾ ਚਿੱਤਰ ਦਿਖਾਉਣ ਦੀ ਲੋੜ ਨਹੀਂ, ਤਾਂ ਹਾਥੀ ਬਾਰੇ ਉਹ ਗੱਲਾਂ ਬੋਲ ਦੂਗਾ ਬਹੁਤ ਸਾਰੀਆਂ। ਅਮੂਰਤ ਚਿੰਤਨ ਪੜ੍ਹਨ ਲੱਗ ਜੂਗਾ ਬਿਨਾਂ ਅਮੂਰਤ ਦੇਖੇ। ਸੋ ਇੱਕ ਥਾਂ ਸਿੱਖੀ ਹੋਈ ਚੀਜ਼ ਅੱਗੇ ਅਪਲਾਈ ਕਰਦਾ। ਇਹ ਵੀ ਬਹੁਤ ਮਹੱਤਵਪੂਰਨ ਹੈ। ਬੱਚਾ ਇਸ ਉਮਰ ਦੇ ਵਿੱਚ ਨਾ ਜਦੋਂ ਕੋਈ ਚੀਜ਼ ਸਿੱਖ ਜਾਂਦਾ ਤਾਂ ਉਹ ਅੱਗੇ ਅਪਲਾਈ ਕਰਦਾ। ਜੇਕਰ ਇੱਕ ਟੀਚਰ ਬੱਚੇ ਨੂੰ ਮਤਲਬ ਸਕੂਲ ਦੇ ਵਿੱਚ ਜਿਹੜੀਆਂ ਗੱਲਾਂ ਸਿਖਾਉਂਦਾ ਹੈ, ਉਹ ਬੱਚਾ ਮਤਲਬ ਘਰੇ ਜਾ ਕੇ ਵੀ ਹੂ ਉਸੇ ਤਰ੍ਹਾਂ ਹੀ ਕਰੂਗਾ। ਉਹ ਉਵੇਂ ਦੱਸੂਗਾ ਵੀ ਸਾਡੀ ਮੈਡਮ ਇਹ ਕਹਿੰਦੇ ਸੀਗੇ, ਸਾਡੀ ਮੈਡਮ ਆਹ ਗੱਲਾਂ ਕਰਦੇ ਸੀ, ਸਾਨੂੰ ਇਹ ਸਿਖਾਇਆ, ਜਾਂ ਉਹਨਾਂ ਨੇ ਮਤਲਬ ਮੈਨੂੰ ਸ਼ਾਬਾਸ਼ ਕਿਹਾ, ਜਾਂ ਕਿਸੇ ਨੂੰ ਉਹਨਾਂ ਨੇ ਝਿੜਕਿਆ, ਜਾਂ ਹਰ ਤਰ੍ਹਾਂ ਦੀ ਗੱਲ ਜਿਹੜੀ ਤੁਸੀਂ 12 ਤੋਂ ਉੱਪਰ ਉਮਰ ਦੇ ਜਿਹੜੇ ਬੱਚੇ ਨਾਲ, ਛੋਟੇ ਬੱਚਿਆਂ ਨਾਲ ਕਰੋਗੇ ਗੱਲਬਾਤ, ਉਹ ਆਪਣੀ ਘਰੇ ਵੀ ਜਾ ਕੇ ਉਵੇਂ ਅਪਲਾਈ ਕਰਦੇ ਆ। ਇਹ ਇਕੱਲੇ ਘਰ ਨਾਲ ਸੰਬੰਧਿਤ ਨਹੀਂ, ਹਰ ਥਾਂ ਹੀ ਗੱਲ ਹੈਗੀ। ਬੱਚੇ ਅੱਗੇ ਅਪਲਾਈ ਕਰਨ ਲੱਗ ਜਾਂਦੇ ਆ, ਸਿੱਖ ਜਾਂਦੇ ਆ, ਉਹਨਾਂ ਨੂੰ ਗੱਲ ਕਰਨੀ ਆ ਜਾਂਦੀ ਹੈ, ਉਹ ਸਮਝ ਕੇ ਗੱਲ ਅੱਗੇ ਕਰਨੀ ਸ਼ੁਰੂ ਕਰ ਦਿੰਦੇ ਆ। ਅਗਲਾ ਬੱਚਾ ਆਪਣੀਆਂ ਸਮੱਸਿਆਵਾਂ ਹੱਲ ਆਪ ਕਰਨ ਲੱਗ ਜਾਂਦਾ ਜੀ। ਸੋ ਬੱਚਾ ਕੋਸ਼ਿਸ਼ ਕਰਦਾ, ਜਿਹੜੀਆਂ ਉਹਦੀਆਂ ਨਿੱਕੀਆਂ ਮੋਟੀਆਂ ਸਮੱਸਿਆਵਾਂ ਹੁੰਦੀਆਂ ਨੇ ਉੱਥੇ ਉਹ ਆਪ ਹੱਲ ਕਰਨ ਲੱਗ ਜਾਂਦਾ। ਜਿਵੇਂ ਇੱਥੇ ਮੰਨ ਲਓ ਵੀ ਆਪਣਾ ਨਾ ਜਿਵੇਂ ਉਹਨੇ ਕੱਪੜਾ ਲੀੜਾ ਪਾਉਣਾ ਹੁੰਦਾ, ਉਹ ਆਪਣੇ ਪੱਧਰ 'ਤੇ ਪਾਉਣ ਲੱਗ ਜਾਂਦਾ। ਜੇ ਉਹਨੂੰ ਸੂਝ ਦੇ ਵਿੱਚ ਕੋਈ ਸਮੱਸਿਆ ਆਉਂਦੀ ਹੈ ਪਾਉਣ ਦੇ ਵਿੱਚ, ਤਾਂ ਉਹਨੂੰ ਠੀਕ ਕਰਦਾ ਹੈਗਾ। ਉਹਨੂੰ ਪਤਾ ਲੱਗ ਜਾਂਦਾ ਵੀ ਇੱਥੇ ਸਮੱਸਿਆ ਹੈਗੀ, ਉਹ ਠੀਕ ਕਰਦਾ ਉਹਨੂੰ। ਸੋ ਇਸ ਉਮਰ ਦੇ ਵਿੱਚ ਉਹ ਜਿਹੜੀਆਂ ਉਹਦੇ ਨਾਲ ਸੰਬੰਧਿਤ ਕੋਈ ਸਮੱਸਿਆਵਾਂ ਨਿੱਕੀਆਂ ਮੋਟੀਆਂ ਹੁੰਦੀਆਂ ਨੇ, ਉਹਨਾਂ ਨੂੰ ਹੱਲ ਕਰਨ ਲੱਗ ਜਾਂਦਾ। ਬੱਚਾ ਆਪਣੇ ਫੈਸਲੇ ਆਪ ਲੈਣ ਲੱਗ ਜਾਂਦਾ ਜੀ। ਸੋ ਬੱਚੇ ਦੇ ਵਿੱਚ ਨਾ ਕਲਪਨਾ ਸ਼ਕਤੀ ਵੀ ਵੱਧ ਜਾਂਦੀ ਹੈ, ਤਰਕ ਸੋਚ ਆ ਜਾਂਦੀ ਹੈ ਉਹਦੀ। ਸੋ ਤਰਕ ਸੋਚ ਉਹਦੀ ਮਤਲਬ ਹੋ ਜਾਂਦੀ ਹੈ, ਭਾਸ਼ਾ ਦਾ ਵਿਕਾਸ ਵੀ ਹੋ ਜਾਂਦਾ। ਤਰਕ ਦੇ ਨਾਲ ਨਾ ਅੱਗੇ ਵਧਣਾ ਸ਼ੁਰੂ ਕਰ ਦਿੰਦਾ ਇਸ ਸਟੇਜ ਦੇ ਵਿੱਚ ਆ ਕੇ ਬੱਚਾ। ਸੋ ਦੋਸਤੋ, ਇਹ ਜੀਨ ਪਿਆਜੇ ਦੀਆਂ ਸਟੇਜਾਂ ਦੇ ਨਾਲ ਸੰਬੰਧਿਤ ਸੀਗਾ, ਮੇਨ ਪੁਆਇੰਟ ਸੀ ਸਾਰੇ। ਜੀਨ ਪਿਆਜੇ ਦੇ ਅਨੁਸਾਰ ਆਹ ਗੱਲ ਮੇਨ ਹੈਗੀ ਆਪਣੀ ਰਹਿੰਦੀ ਸੀ ਤੁਹਾਨੂੰ, ਭਾਸ਼ਾ ਨੂੰ ਨਿਰਧਾਰਿਤ ਕਰਦੇ ਨੇ ਵਿਚਾਰ। ਜੀਨ ਪਿਆਜੇ ਇਹ 'ਤੇ ਵੱਧ ਜ਼ੋਰ ਦਿੰਦਾ ਸੀ ਵਿਚਾਰਾਂ 'ਤੇ। ਜੀਨ ਪਿਆਜੇ ਕਹਿੰਦਾ ਸੀ ਵੀ ਵਿਚਾਰ ਭਾਸ਼ਾ ਨੂੰ ਨਿਰਧਾਰਿਤ ਕਰਦੇ ਨੇ, ਭਾਸ਼ਾ ਜਿਹੜੀ ਉਹ ਵਿਚਾਰਾਂ ਦੇ ਅਕੋਰਡਿੰਗ ਹੀ ਸਿੱਖੀ ਜਾ ਸਕਦੀ ਹੈ। ਸੋ ਇਹ ਜੀਨ ਪਿਆਜੇ ਦਾ ਮੰਨਣਾ ਸੀਗਾ। ਸੋ ਦੋਸਤੋ, ਇਹ ਸੀ ਜੀਨ ਪਿਆਜੇ ਨਾਲ ਸੰਬੰਧਿਤ। ਵੀਡੀਓ ਨੂੰ ਲਾਈਕ ਜ਼ਰੂਰ ਕਰਿਓ, ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ, ਜ਼ਰੂਰ ਸ਼ੇਅਰ ਕਰਨਾ। ਅੱਗੇ ਗੁਰੂ ਸਟੱਡੀ ਪੁਆਇੰਟ ਦੇ ਚੈਨਲ ਨੂੰ ਤੁਸੀਂ ਲਾਈਕ ਕਰੋ, ਸ਼ੇਅਰ ਕਰੋ ਅਤੇ ਸਬਸਕ੍ਰਾਈਬ ਕਰਨਾ ਨਾ ਭੁੱਲਿਓ। ਸੋ ਇਹ ਸੀ ਜੀ ਜੀਨ ਪਿਆਜੇ ਦੀ ਕੋਗਨਿਟਿਵ ਡਿਵੈਲਪਮੈਂਟ ਥਿਓਰੀ। ਉਹਦੀਆਂ ਸਾਰੀਆਂ ਸਟੇਜਾਂ ਆਪਾਂ ਤੁਹਾਨੂੰ ਕਰਾਈਆਂ ਨੇ 2 ਭਾਗਾਂ ਦੇ ਵਿੱਚ। ਮੇਨ ਪੁਆਇੰਟ ਆਪਾਂ 2 ਪਾਰਟਾਂ ਦੇ ਵਿੱਚ ਜੀਨ ਪਿਆਜੇ ਦੀ ਥਿਓਰੀ ਦੇ ਕਵਰ ਕਰੇ ਨੇ। ਸੋ ਜਿਹਨੇ ਪਹਿਲਾ ਪਾਰਟ ਨਹੀਂ ਦੇਖਿਆ ਤਾਂ ਉਹ ਪਹਿਲਾ ਪਾਰਟ ਵੀ ਜ਼ਰੂਰ ਦੇਖੋ, 1 ਤੋਂ 2 ਵਾਰ ਦੇਖੋ, ਜੀਨ ਪਿਆਜੇ ਦੀ ਥਿਓਰੀ ਨੂੰ ਕਵਰ ਕਰੋ। ਸੋ ਦੋਸਤੋ, ਸ਼ੇਅਰ ਕਰਨਾ। ਜੇਕਰ ਤੁਸੀਂ ਆਪਣੇ ਨਾਲ ਆਪਣੇ WhatsApp ਗਰੁੱਪ ਦੇ ਵਿੱਚ ਜੁਆਇਨ ਕਰਨਾ ਚਾਹੁੰਦੇ ਹੋ ਤਾਂ ਆਪਾਂ ਨੂੰ ਤੁਸੀਂ ਸੰਪਰਕ ਕਰ ਸਕਦੇ ਹੋ 88 474 77 007 'ਤੇ। ਸੋ ਇਸ ਨੰਬਰ 'ਤੇ ਤੁਸੀਂ ਆਪਣਾ ਮੈਸੇਜ ਛੱਡ ਸਕਦੇ ਹੋ ਜੀ। ਸੋ ਵੀਡੀਓ ਨੂੰ ਸ਼ੇਅਰ ਕਰਿਓ ਜੀ। ਮਿਲਦੇ ਹਾਂ ਅਗਲੀ ਵੀਡੀਓ ਵਿੱਚ। ਤਦ ਤੱਕ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ।